Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਅਸੀਂ ਜੀਵ ਪਾਪਾਂ ਦੇ ਭਰੇ ਹੋਏ ਹਾਂ, ਪਰ ਅਕਸਰ ਰੋਜ਼ਾਨਾ ਦੀ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਪਾਪਾਂ ਦੇ ਵੱਲ ਧਿਆਨ ਨਹੀਂ ਦਿੰਦੇ। ਜਿਹੜੇ ਕੋਈ ਥੋੜ੍ਹੇ ਬਹੁਤ ਸਾਡੇ ਵਿੱਚ ਗੁਣ ਹਨ, ਉਹਨਾਂ 'ਤੇ ਅਸੀਂ ਬਹੁਤੀ ਗੌਰ ਕਰਦੇ ਹਾਂ, ਵਧਾ ਚੜ੍ਹਾ ਕੇ ਉਹਨਾਂ ਨੂੰ ਵੇਖਦੇ ਹਾਂ, ਦੂਜਿਆਂ ਦੇ ਸਾਹਮਣੇ ਉਹਨਾਂ ਗੁਣਾਂ ਨੂੰ ਪ੍ਰਸਤੁਤ ਵੀ ਕਰਦੇ ਹਾਂ। ਪਰ ਜਿਹੜੇ ਸਾਡੇ ਔਗੁਣ ਨੇ, ਉਹਨਾਂ ਬਾਰੇ ਖੁਦ ਦੇ ਅੰਦਰ ਵੀ ਵਿਚਾਰ ਨਹੀਂ ਕਰਦੇ, ਦੂਜਿਆਂ ਨੂੰ ਤੇ ਉਹ ਦਿਖਾਉਣੇ ਹੀ ਕੀ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 469ਵੇਂ ਅੰਗ 'ਤੇ ਵਿਰਾਜਮਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਡੇ ਅੰਦਰੇ ਨੂੰ ਹਲੂਣਦੀ ਹੈ। ਇਸ ਬਾਣੀ ਨੂੰ ਪੜ੍ਹਦੇ ਹੋਏ ਅਸੀਂ ਆਪਣੇ ਅੰਦਰ ਗੁੰਮ ਹੋ ਜਾਂਦੇ, ਸੋਚਣ ਦੇ ਲਈ ਮਜਬੂਰ ਹੋ ਜਾਂਦੇ, ਆਪਣੇ ਔਗਣਾਂ ਨੂੰ ਹੋਰ ਜ਼ਿਆਦਾ ਅੱਖੋਂ ਪਰੋਖੇ ਨਹੀਂ ਕਰ ਪਾਉਂਦੇ। ਜਿਵੇਂ ਅਸੀਂ ਇਹ ਬਾਣੀ ਪੜ੍ਹਦੇ ਹਾਂ, ਸਾਡੇ ਔਗਣ ਤਿਵੇਂ ਹੀ ਸਾਡੇ ਸਾਹਮਣੇ ਆ ਕੇ ਖੜ ਜਾਂਦੇ ਨੇ। ਸਾਨੂੰ ਆਪਣੇ ਔਗਣਾਂ ਦਾ ਗਿਆਨ ਹੋ ਜਾਂਦਾ, ਸਮਝ ਪੈ ਜਾਂਦੀ। ਅਤੇ ਜਦੋਂ ਸਮਝ ਪੈ ਗਈ ਤੇ ਉਹਨਾਂ ਔਗਣਾਂ ਨੂੰ ਦੂਰ ਕਰਨ ਦੇ ਰਸਤੇ 'ਤੇ ਚੱਲਣ ਦੇ ਲਈ ਵੀ ਅਸੀਂ ਯੋਗ ਹੋ ਜਾਂਦੇ ਹਾਂ। ਇਸ ਤੋਂ ਇਲਾਵਾ ਅਸੀਂ ਇਹ ਵੀ ਜਾਣਦੇ ਹਾਂ ਕਿ ਮਨ ਜੋ ਹੈ ਉਹ ਟਿਕਦਾ ਨਹੀਂ। ਮਨ ਨੂੰ ਟਿਕਾਣੇ ਲਿਆਉਣ ਦੇ ਬਾਰੇ 'ਚ ਵੀ ਗੁਰੂ ਸਾਹਿਬ ਸਾਨੂੰ ਕੁਝ ਜ਼ਰੂਰੀ ਸਿੱਖਿਆਵਾਂ ਦੇ ਕੇ ਜਾਂਦੇ ਹਨ ਇਸ ਅੰਗ ਦੀ ਗੁਰਬਾਣੀ ਦੇ ਵਿੱਚ। ਵੀਡੀਓ ਚੰਗੀ ਲੱਗੇ, ਕੁਝ ਸਿੱਖਣ ਨੂੰ ਮਿਲੇ ਤੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾਇਓ। ਤੇ ਆਓ ਹੁਣ ਸ਼ੁਰੂਆਤ ਕਰੀਏ। ਮਹਿਲਾ ਪਹਿਲਾ। ਲਬ ਪਾਪ ਦੋਇ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਕਾਮ ਨੇਵ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਪਾਏ ਭਰੇ ਮੁਰਦਾਰ। ਗਿਆਨੀ ਨੱਚੈ ਵਾਜੇ ਵਾਵੈ, ਰੂਪ ਕਰੈ ਸ਼ਿੰਗਾਰ। ਉੱਚੇ ਕੂਕੈ ਵਾਦਾ ਗਾਵੈ, ਜੋਦਾ ਕਾ ਵਿਚਾਰ। ਮੂਰਖ ਪੰਡਤ ਹਿਕਮਤ ਹੁਜਤ, ਸੰਜੈ ਕਰੇ ਪਿਆਰ। ਲਬ ਜਾਣੀ ਜੀਭ ਦਾ ਚਸਕਾ। ਲਬ ਪਾਪ ਦੋਏ ਰਾਜਾ ਮਹਿਤਾ। ਮਹਿਤਾ ਤੋਂ ਭਾਵ ਵਜ਼ੀਰ। ਜਗਤ ਦੇ ਵਿੱਚ ਜੀਵਾਂ ਵਾਸਤੇ ਜੀਭ ਦਾ ਚਸਕਾ ਮਾਨੋ ਰਾਜਾ ਹੈ ਤੇ ਪਾਪ ਵਜ਼ੀਰ ਹੈ। ਕੂੜ ਹੋਆ ਸਿਕਦਾਰ। ਕੂੜ ਤੋਂ ਭਾਵ ਝੂਠ, ਸਿਕਦਾਰ ਤੋਂ ਭਾਵ ਚੌਧਰੀ। ਝੂਠ ਚੌਧਰੀ ਹੈ। ਕਾਮ ਨੇਬ। ਲਬ ਅਤੇ ਪਾਪ ਦੇ ਦਰਬਾਰ ਦੇ ਵਿੱਚ ਕਾਮ ਨਾਇਬ ਹੈ। ਸਦ ਪੁੱਛੀਐ। ਇਸ ਕਾਮ ਨੂੰ ਸੱਦ ਕੇ ਸਲਾਹ ਪੁੱਛੀ ਜਾਂਦੀ ਹੈ। ਬਹਿ ਬਹਿ ਕਰੇ ਵਿਚਾਰ। ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ। ਅੰਧੀ ਰਈਅਤ। ਰਈਅਤ ਤੋਂ ਭਾਵ ਪਰਜਾ। ਅੰਧੀ ਰਈਅਤ ਗਿਆਨ ਵਿਹੂਣ। ਗਿਆਨ ਤੋਂ ਸੱਖਣੀ ਹੋਣ ਦੇ ਕਾਰਨ ਜੋ ਪਰਜਾ ਹੈ ਉਹ ਅੰਨੀ ਹੋਈ ਹੈ। ਭਾਏ ਭਰੇ ਮੁਰਦਾਰ। ਭਾਏ ਤੋਂ ਭਾਵ ਹੈ ਅੱਗ, ਤੇ ਮੁਰਦਾਰ ਤੋਂ ਇੱਥੇ ਅਰਥ ਹੈ ਨੁਕਸਾਨ ਜਾਂ ਰਿਸ਼ਵਤ। ਸੋ ਅੰਨੀ ਹੋਈ ਇਹ ਪਰਜਾ, ਗਿਆਨ ਤੋਂ ਸੱਖਣੀ ਹੋਣ ਦੇ ਕਾਰਨ ਅੰਨੀ ਹੋਈ ਇਹ ਪਰਜਾ ਤ੍ਰਿਸ਼ਨਾ ਦੀ ਅੱਗ ਨੂੰ ਰਿਸ਼ਵਤਾਂ ਭੇਂਟ ਕਰ ਰਹੀ ਹੈ। ਤ੍ਰਿਸ਼ਨਾ ਦੀ ਅੱਗ ਦੇ ਵਿੱਚ ਰੁੱਝ ਕੇ ਨੁਕਸਾਨ ਉਠਾ ਰਹੀ ਹੈ। ਗਿਆਨੀ ਨੱਚੈ ਵਾਜੇ ਵਾਵੈ, ਰੂਪ ਕਰੈ ਸ਼ਿੰਗਾਰ। ਇੱਥੇ ਅਸਲ ਗਿਆਨੀ ਦੀ ਗੱਲ ਨਹੀਂ ਹੋ ਰਹੀ, ਜੋ ਆਪਣੇ ਆਪ ਨੂੰ ਗਿਆਨੀ ਸਮਝਦਾ ਹੈ ਉਹਦੀ ਗੱਲ ਹੋ ਰਹੀ ਹੈ। ਉਹ ਕੀ ਕਰਦਾ ਹੈ? ਉਹ ਨੱਚਦਾ ਹੈ, ਵਾਜੇ ਵਜਾਉਂਦਾ ਹੈ, ਕਈ ਤਰ੍ਹਾਂ ਦੇ ਭੇਸ ਵਟਾਉਂਦਾ ਹੈ, ਸ਼ਿੰਗਾਰ ਕਰਦਾ ਹੈ। ਉੱਚੇ ਕੂਕੈ ਵਾਦਾ ਗਾਵੈ, ਜੋਧਾਂ ਕਾ ਵਿਚਾਰ। ਉਹ ਉੱਚੀ ਉੱਚੀ ਕੂਕਦਾ ਹੈ, ਯੁੱਧਾਂ ਦੇ ਪ੍ਰਸੰਗ ਸੁਣਾਉਂਦਾ ਹੈ, ਯੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦਾ ਹੈ। ਅਸਲ ਗਿਆਨੀ ਨਹੀਂ ਹੈ, ਆਪਣੇ ਆਪ ਨੂੰ ਗਿਆਨੀ ਸਮਝਦਾ ਹੈ। ਮੂਰਖ ਪੰਡਤ ਹਿਕਮਤ ਹੁਜਤ। ਹਿਕਮਤ ਤੋਂ ਇੱਥੇ ਭਾਵ ਹੈ ਚਲਾਕੀ, ਅਤੇ ਹੁਜਤ ਤੋਂ ਭਾਵ ਹੈ ਦਲੀਲ। ਪੰਡਤ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜ਼ਿਆਦਾਤਰ ਜੋ ਜੀਵ ਮਨੁੱਖ ਸਨ ਉਹ ਅਨਪੜ੍ਹ ਹੁੰਦੇ ਸਨ, ਪਰ ਪੰਡਤ ਪੜ੍ਹੇ ਲਿਖੇ ਹੁੰਦੇ ਸਨ। ਸੋ ਪੰਡਤ ਸ਼ਬਦ ਤੋਂ ਇੱਥੇ ਅਰਥ ਹੈ ਪੜ੍ਹਿਆ ਲਿਖਿਆ ਇਨਸਾਨ। ਜੋ ਮੂਰਖ ਪੜ੍ਹਿਆ ਲਿਖਿਆ ਹੈ ਉਹ ਨਿਰੀਆਂ ਚਲਾਕੀਆਂ ਕਰਦਾ ਅਤੇ ਦਲੀਲਾਂ ਦੇਣੀਆਂ ਹੀ ਜਾਣਦਾ ਹੈ। ਸੰਜੈ ਕਰੇ ਪਿਆਰ। ਪਰ ਧੁਰ ਅੰਦਰ ਉਹਦਾ ਪਿਆਰ ਮਾਇਆ ਦੇ ਨਾਲ ਲੱਗਿਆ ਹੁੰਦਾ ਹੈ। ਧਰਮੀ ਧਰਮ ਕਰੈ ਗਾਵਾਵੈ, ਮੰਗੈ ਮੋਖ ਦੁਆਰ।
ਜਤੀ ਸਦਾਵੈ ਜੁਗਤ ਨ ਜਾਣੈ, ਛੱਡ ਬਹਿ ਘਰ ਬਾਰ। ਸਭ ਕੋ ਪੂਰਾ ਆਪੇ ਹੋਵੈ, ਘਟ ਨ ਕੋਈ ਆਖੈ। ਪਤ ਪਰਵਾਣਾ ਪਿਛੈ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਜੋ ਆਪਣੇ ਆਪ ਨੂੰ ਧਰਮੀ ਸਮਝਦਾ, ਆਪਣੇ ਵੱਲੋਂ ਤਾਂ ਧਰਮ ਦਾ ਕੰਮ ਕਰਦਾ, ਪਰ ਉਹ ਸਾਰਾ ਕਾਰਜ ਕਾਂਡ ਕਰਨ ਤੋਂ ਬਾਅਦ ਆਪਣੇ ਲਈ ਮੋਖ ਦੁਆਰ ਮੰਗ ਲੈਂਦਾ ਹੈ ਜਾਂ ਦੁਨਿਆਵੀ ਸੁੱਖ ਸਹੂਲਤਾਂ ਮੰਗਦਾ। ਕਿੰਨੀ ਆਮ ਗੱਲ ਹੈ, ਅਸੀਂ ਕੋਈ ਧਾਰਮਿਕ ਸਮਾਗਮ ਕਰਵਾਉਂਦੇ ਹਾਂ ਆਪਣੇ ਵੱਲੋਂ, ਬੇਸ਼ੱਕ ਉਹ ਕਿਸੇ ਖੁਸ਼ੀ ਦੇ ਬਦਲੇ ਕਰਵਾਇਆ ਜਾਵੇ ਜਾਂ ਕਿਸੇ ਮੌਤ ਆਦਿਕ ਤੋਂ ਬਾਅਦ ਕਰਵਾਇਆ ਜਾਵੇ। ਧਾਰਮਿਕ ਸਮਾਗਮ ਕਰਵਾਉਂਦੇ ਹਾਂ, ਅਤੇ ਜਦੋਂ ਅਸੀਂ ਧਾਰਮਿਕ ਸਮਾਗਮ ਕਰਵਾਉਂਦੇ ਹਾਂ ਅਤੇ ਆਪਣੇ ਆਪ ਨੂੰ ਧਰਮੀ ਸਮਝਦੇ ਹਾਂ, ਪਰ ਉਸ ਸਮਾਗਮ ਦੀ ਸਮਾਪਤੀ 'ਤੇ ਜਦੋਂ ਅਰਦਾਸ ਹੁੰਦੀ ਹੈ ਤਾਂ ਕੀ ਮੰਗਿਆ ਜਾਂਦਾ ਹੈ ਉਸ ਪਰਮਾਤਮਾ ਤੋਂ? ਸੁੱਖ ਸਹੂਲਤਾਂ, ਤਰੱਕੀਆਂ, ਕਾਰੋਬਾਰ ਦੇ ਵਿੱਚ ਵਾਧੇ, ਸਿਹਤਯਾਬੀਆਂ, ਇਹ ਸਭ ਕੁਝ ਅਸੀਂ ਮੰਗਦੇ ਹਾਂ। ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਇਹ ਧਾਰਮਿਕ ਕਾਰਜ ਜੋ ਅਸੀਂ ਕੀਤਾ, ਇਸ ਲਈ ਕੀਤਾ ਕਿ ਇਹਦੇ ਬਦਲੇ ਵਿੱਚ ਅਸੀਂ ਉਸ ਪਰਮਾਤਮਾ ਤੋਂ ਕੁਝ ਮੰਗਣਾ ਸੀ? ਕੀ ਇਹ ਧਾਰਮਿਕ ਸਮਾਗਮ ਉਸ ਪਰਮਾਤਮਾ ਨੂੰ ਇੱਕ ਤਰ੍ਹਾਂ ਨਾਲ ਰਿਸ਼ਵਤ ਦੇਣ ਦੀ ਕੋਸ਼ਿਸ਼ ਸੀ, ਜਾਂ ਇਹ ਧਾਰਮਿਕ ਸਮਾਗਮ ਅਸਲ ਦੇ ਵਿੱਚ ਹੀ ਧਾਰਮਿਕ ਸਮਾਗਮ ਸੀ ਜਿੱਥੇ ਅਸੀਂ ਸਿਰਫ ਤੇ ਸਿਰਫ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਉਹਦੇ ਸ਼ੁਕਰਗੁਜ਼ਾਰ ਹੋਏ, ਉਹਦੇ ਗੁਣਾਂ ਨੂੰ ਚੇਤੇ ਕੀਤਾ, ਆਪਣੇ ਲਈ ਕੁਝ ਮੰਗਿਆ ਨਹੀਂ ਬਦਲੇ ਵਿੱਚ। ਸੋ ਜਦੋਂ ਅਸੀਂ ਧਾਰਮਿਕ ਸਮਾਗਮ ਕਰਕੇ ਆਪਣੇ ਆਪ ਨੂੰ ਧਰਮੀ ਅਖਵਾ ਕੇ ਧਰਮ ਵੱਲੋਂ ਮਿੱਥੇ ਹੋਏ ਉਹ ਧਾਰਮਿਕ ਕਾਰਜ ਕਰਨ ਤੋਂ ਬਾਅਦ ਆਪਣੇ ਲਈ ਦੁਨਿਆਵੀ ਸੁੱਖ ਸਹੂਲਤਾਂ ਮੰਗ ਲੈਂਦੇ ਹਾਂ, ਤਾਂ ਸਮਝ ਲਓ ਕਿ ਉਹ ਸਾਡੀ ਸਾਰੀ ਮਿਹਨਤ ਜਿਹੜੀ ਆ ਅਸੀਂ ਗਵਾ ਲਈ, ਸਭ ਕੁਝ ਅਸੀਂ ਖੇ ਕਰਤਾ। ਧਰਮੀ ਧਰਮ ਕਰੈ ਗਵਾਵੈ, ਧਰਮ ਤਾਂ ਕਰਦਾ ਪਰ ਗਵਾ ਲੈਂਦਾ, ਕਿਉਂਕਿ ਮੰਗੈ ਮੋਖ ਦੁਆਰ। ਅੰਤ ਦੇ ਵਿੱਚ ਉਹ ਆਪਣੇ ਲਈ ਮੋਖ ਦੁਆਰ ਮੰਗ ਲੈਂਦਾ, ਮੁਕਤੀ ਮੰਗ ਲੈਂਦਾ। ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ ਬਾਰ। ਫਿਰ ਜਤੀਆਂ ਦੀ ਗੱਲ, ਆਪਣੇ ਆਪ ਨੂੰ ਕਈ ਲੋਕ ਜਤੀ ਅਖਵਾਉਂਦੇ ਨੇ, ਪਰ ਅਸਲ ਦੇ ਵਿੱਚ ਜਤੀ ਹੋਣ ਦੀ ਜੁਗਤ ਨਹੀਂ ਜਾਣਦੇ। ਇੱਕ ਦੂਜੇ ਦੇ ਪਿੱਛੇ ਲੱਗ ਕੇ ਜਾਂ ਕਿਸੇ ਦੀ ਵੇਖੋ ਵੇਖ ਘਰ ਘਾਟ ਛੱਡ ਬੈਠਦੇ ਹੈ। ਸਭ ਕੋ ਪੂਰਾ ਆਪੇ ਹੋਵੈ, ਘਟ ਨਾ ਕੋਈ ਆਖੈ। ਹਰ ਕੋਈ ਆਪਣੇ ਆਪ ਨੂੰ ਪੂਰਨ ਤੇ ਸਿਆਣਾ ਸਮਝਦਾ, ਕੋਈ ਵੀ ਆਪਣੇ ਆਪ ਨੂੰ ਘੱਟ ਅਖਵਾ ਕੇ ਰਾਜ਼ੀ ਨਹੀਂ। ਆਪਣੀ ਊਣਤਾ ਦੇ ਵੱਲ ਕੋਈ ਵੀ ਝਾਤੀ ਨਹੀਂ ਮਾਰਦਾ। ਪਰ ਨਾਨਕ ਪਤ ਪਰਵਾਣਾ ਪਿਛੈ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਅਸਲ ਤੋਲ ਮਨੁੱਖ ਦਾ ਤਾਂ ਹੀ ਹੈ, ਅਸਲ ਪਰਖ ਦੇ ਵਿੱਚ ਉਹ ਤਾਂ ਹੀ ਪੂਰਾ ਉਤਰਦਾ ਜੇ ਤੱਕੜੀ ਦੇ ਦੂਜੇ ਪੱਲੇ ਵਿੱਚ ਰੱਬ ਦੀ ਦਰਗਾਹ ਵਿੱਚ ਮਿਲੀ ਹੋਈ ਇੱਜ਼ਤ ਰੂਪ ਵੱਟਾ ਪਾਇਆ ਜਾਵੇ। ਭਾਵ ਉਹੀ ਮਨੁੱਖ ਊਣਤਾ ਰਹਿਤ ਹੈ ਜਿਸ ਨੂੰ ਪ੍ਰਭੂ ਦੀ ਦਰਗਾਹ ਵਿੱਚ ਆਦਰ ਮਿਲੇ। ਮਹਿਲਾ ਪਹਿਲਾ। ਵਦੀ ਸੁਵਜਗ ਨਾਨਕਾ, ਸੱਚਾ ਵੇਖੈ ਸੋਏ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇ। ਜਿਨ ਕੀ ਲੇਖੈ ਪਤ ਪਵੈ, ਚੰਗੈ ਸੇਈ ਕੇ। ਵਦੀ ਜਾਣੀ ਮਿੱਥੀ ਹੋਈ, ਰੱਬ ਵੱਲੋਂ ਨੀਅਤ ਕੀਤੀ ਹੋਈ। ਵਦੀ ਸੁਵਜਗ, ਵਜਗ ਤੋਂ ਭਾਵ ਪ੍ਰਗਟ ਹੋਵੇਗੀ। ਗੁਰੂ ਸਾਹਿਬ ਕਹਿੰਦੇ ਜੋ ਗੱਲ ਰੱਬ ਵੱਲੋਂ ਥਾਪੀ ਜਾ ਚੁੱਕੀ ਹੈ ਉਹੀ ਹੋ ਕੇ ਰਹੇਗੀ। ਸੱਚਾ ਵੇਖੈ ਸੋਏ, ਕਿਉਂਕਿ ਉਹ ਸੱਚਾ ਪ੍ਰਭੂ ਹਰੇਕ ਜੀਵ ਦੀ ਆਪ ਸੰਭਾਲ ਕਰ ਰਿਹਾ ਹੈ। ਆਪ ਸੰਭਾਲ ਕਰਦੇ ਹੋਏ ਹਰੇਕ ਜੀਵ ਨੂੰ ਉਸ ਪਰਮਾਤਮਾ ਨੇ ਆਪਣੀ ਇੱਕ ਅਕਲ ਦੁਨਿਆਵੀ ਅਰਥਾਂ ਦੇ ਵਿੱਚ ਜੇ ਉਹਨੂੰ ਤੋਲੀਏ, ਕਿਸੇ ਨੂੰ ਚੰਗੀ ਅਕਲ ਦਿੱਤੀ ਹੈ, ਕਿਸੇ ਨੂੰ ਮਾੜੀ ਦਿੱਤੀ ਹੈ। ਕੋਈ ਚੰਗੇ ਕਾਰਜ ਕਰਦਾ ਹੈ, ਕੋਈ ਮਾੜੇ ਕਰਦਾ ਹੈ। ਕੋਈ ਦੁਨੀਆ ਦੇ ਲਈ ਲਾਭਦਾਇਕ ਸਿੱਧ ਹੁੰਦਾ ਹੈ, ਦੁਨੀਆ ਨੂੰ ਨਵੀਆਂ ਖੋਜਾਂ ਦੇ ਜਾਂਦਾ ਹੈ। ਕੋਈ ਦੁਨੀਆ ਦੇ ਵਿੱਚ ਵੱਡੀ ਤਬਾਹੀ ਦਾ ਕਾਰਨ ਬਣ ਕੇ ਤੁਰ ਜਾਂਦਾ ਹੈ। ਪਰ ਹਰ ਇੱਕ ਜੀਵ ਨੂੰ ਉਸ ਪਰਮਾਤਮਾ ਨੇ ਆਪਣੀ ਇੱਕ ਅਕਲ ਦਿੱਤੀ ਹੈ। ਉਸ ਅਕਲ ਦੇ ਮੁਤਾਬਕ ਉਹ ਮਨੁੱਖ ਆਪਣਾ ਜੀਵਨ ਕਾਲ ਜਿਹੜਾ ਹੈ ਉਹ ਬਿਤਾਉਂਦਾ ਹੈ। ਉਹ ਅਕਲ ਪ੍ਰਭੂ ਨੇ ਆਪ ਮਿੱਥੀ ਹੋਈ ਹੈ ਕਿ ਕਿਹਨੂੰ ਕਿੱਦਾਂ ਦੀ ਦੇਣੀ। ਸਭਨੀ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ। ਜੀਵ ਤਾਂ ਆਪਣੇ ਵੱਲੋਂ ਆਪਣਾ ਸਾਰਾ ਜ਼ੋਰ ਲਾਉਂਦੇ ਨੇ। ਹਰ ਕੋਈ
ਕੋਸ਼ਿਸ਼ ਤੇ ਕਰਦਾ ਹੈ ਕਿ ਉਹ ਚੰਗਾ ਇਨਸਾਨ ਬਣ ਕੇ ਰਵੇ, ਪਰ ਫਿਰ ਵੀ ਦੁਨਿਆਵੀ ਅਰਥਾਂ ਦੇ ਵਿੱਚ ਮਾੜੇ ਇਨਸਾਨਾਂ ਦੀ ਇੱਥੇ ਕਮੀ ਨਹੀਂ। ਅਜਿਹੇ ਇਨਸਾਨਾਂ ਦੀ ਕਮੀ ਨਹੀਂ ਜੋ ਦੂਜਿਆਂ ਨੂੰ ਦਬਾਉਣਾ ਚਾਹੁੰਦੇ ਨੇ, ਕੁਚਲਣਾ ਚਾਹੁੰਦੇ ਨੇ, ਖਤਮ ਤੱਕ ਕਰਨਾ ਚਾਹੁੰਦੇ ਨੇ, ਜੋ ਦੂਜਿਆਂ ਦੇ ਪਾਸੋਂ ਸਭ ਕੁਝ ਹਥਿਆਉਣਾ ਚਾਹੁੰਦੇ ਨੇ। ਕਰਤਾ ਕਰੇ ਸੋ ਹੋਏ, ਉਹਨਾਂ ਜੀਵਾਂ ਦੀ ਕਿਹੜਾ ਵੱਸ ਦੀ ਗੱਲ ਹੈ। ਉਸ ਕਰਤੇ ਨੇ, ਉਸ ਕਰਤਾਰ ਨੇ ਹੀ ਉਹਨਾਂ ਦੇ ਅੰਦਰ ਉਹ ਸੋਚ, ਉਹ ਅਕਲ ਪਾਈ ਹੈ। ਇਹ ਉਹਦੀ ਅਚਰਜ ਕੁਦਰਤ ਹੈ। ਅੱਗਾ ਜਾਤ ਨਾ ਜੋਰ ਹੈ, ਅੱਗਾ ਜਿਉ ਨਵੇਂ। ਰੱਬ ਦੀ ਦਰਗਾਹ ਵਿੱਚ ਨਾ ਤਾਂ ਕਿਸੇ ਉੱਚੀ ਜਾਤ ਦਾ ਵਿਤਕਰਾ ਹੈ ਤੇ ਨਾ ਹੀ ਕਿਸੇ ਦਾ ਧੱਕਾ ਚੱਲਦਾ ਹੈ, ਕਿਉਂਕਿ ਉੱਥੇ ਨਵੇਂ ਜੀਵਾਂ ਦੇ ਨਾਲ ਵਾਹ ਪੈਂਦਾ। ਨਵੇਂ ਤੋਂ ਭਾਵ ਓਪਰੇ। ਹੁਣ ਜੋ ਅਸੀਂ ਦੁਨੀਆ ਦੇ ਵਿੱਚ ਵਿਚਰਨ ਵਾਲੇ ਜੀਵ ਹਾਂ, ਜਾਤਾਂ ਪਾਤਾਂ ਦੀ ਗੱਲ ਸਾਨੂੰ ਓਪਰੀ ਨਹੀਂ ਲੱਗਦੀ। ਹਾਂ, ਆਪੋ ਆਪਣੀ ਧਾਰਨਾ ਹੋ ਸਕਦੀ ਹੈ, ਆਪੋ ਆਪਣੀ ਸੋਚ ਹੈ, ਆਪੋ ਆਪਣੀ ਅਕਲ, ਜਿਵੇਂ ਆਪਾਂ ਕਿਹਾ ਪ੍ਰਮਾਤਮਾ ਨੇ ਸਾਨੂੰ ਬਖਸ਼ੀ ਹੈ। ਕੋਈ ਮਨੁੱਖ ਜਾਤਾਂ ਪਾਤਾਂ ਦੇ ਵਿੱਚ ਵਿਸ਼ਵਾਸ ਰੱਖਦਾ ਹੈ, ਇਸ ਸਿਸਟਮ ਨੂੰ ਲਾਗੂ ਕਰਨਾ ਚਾਹੁੰਦਾ ਹੈ। ਕੋਈ ਸਭਨਾਂ ਨੂੰ ਇੱਕ ਬਰਾਬਰ ਜਾਣਦਾ ਹੈ, ਪਰ ਜਾਤ ਪਾਤ ਦੀ ਜਿਹੜੀ ਗੱਲ ਹੈ, ਵਾਰਤਾਲਾਪ ਹੈ, ਉਹ ਸਾਨੂੰ ਓਪਰੀ ਨਹੀਂ ਲੱਗਦੀ, ਕਿਉਂਕਿ ਸ਼ੁਰੂ ਤੋਂ ਹੀ ਅਸੀਂ ਇੱਦਾਂ ਦੇ ਮਾਹੌਲ 'ਚ ਪਲੇ ਬੜੇ ਹਾਂ ਜਿੱਥੇ ਇਹ ਵਾਰਤਾਲਾਪ ਆਮ ਹੁੰਦੀ ਆਈ। ਪਰ ਅੱਗੇ ਉਸ ਪ੍ਰਭੂ ਦੀ ਦਰਗਾਹ ਦੇ ਵਿੱਚ ਜਿਹੜੇ ਜੀਵ ਆ ਉਹ ਨਵੇਂ ਹੈ, ਉਹਨਾਂ ਦੇ ਲਈ ਜਾਤ ਪਾਤ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਉਹਨਾਂ ਦੇ ਨਾਲ ਫਿਰ ਸਾਡਾ ਵਾਹ ਪੈਂਦਾ ਹੈ। ਜਿਨ ਕੀ ਲੇਖਾ ਪਤ ਪਵੈ ਚੰਗਾ ਸਈ ਕੀ। ਉਸ ਪ੍ਰਭੂ ਦੀ ਦਰਗਾਹ ਦੇ ਵਿੱਚ ਭਲੇ ਉਹੀ ਗਿਣੇ ਜਾਂਦੇ ਹੈ ਜਿਨ੍ਹਾਂ ਨੂੰ ਆਪਣੇ ਕਰਮਾਂ ਦਾ ਲੇਖਾ ਦੇਣ ਵੇਲੇ ਆਦਰ ਮਿਲੇ। ਪੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਇਨਾ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਕੀ ਜਗਤ ਉਪਾਇਆ। ਇਕ ਨਾਨੋ ਤੂੰ ਮੇਲ ਲਹੈ, ਇਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਸਹਜੇ ਹੀ ਸੱਚ ਸਮਾਇਆ, ਸਹਜੇ ਹੀ ਸੱਚ ਸਮਾਇਆ। ਧੁਰ ਕਰਮ ਜਿਨਾ ਕੋ ਤੁਧ ਪਾਇਆ, ਤਾਂ ਤਿੰਨੀ ਖਸਮ ਧਿਆਇਆ। ਹੇ ਪ੍ਰਭੂ, ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖਸ਼ਿਸ਼ ਕੀਤੀ ਹੈ, ਉਹਨਾਂ ਨੇ ਹੀ ਤੈਨੂੰ ਸਿਮਰਿਆ ਹੈ। ਇਹਨਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਕੀ ਜਗਤ ਉਪਾਇਆ। ਇਹਨਾਂ ਜੀਵਾਂ ਦੇ ਆਪਣੇ ਇਖਤਿਆਰ ਦੇ ਵਿੱਚ ਕੁਝ ਹੈ ਹੀ ਨਹੀਂ ਕਿ ਇਹ ਤੇਰਾ ਸਿਮਰਨ ਕਰ ਸਕਣ। ਤੂੰ ਰੰਗਾ ਰੰਗ ਦਾ ਜਗਤ ਪੈਦਾ ਕੀਤਾ, ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖਦਾ ਹੈ। ਇੱਕ ਨੋ ਤੂੰ ਮੇਲ ਲੈ ਹੈ, ਇੱਕ ਆਪੋ ਤੁਧ ਖੁਆਇਆ। ਤੇ ਕਈਆਂ ਨੂੰ ਤੂੰ ਆਪਣੇ ਨਾਲੋਂ ਆਪ ਹੀ ਵਿਛੋੜਿਆ ਹੋਇਆ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਚਰਨਾਂ ਨਾਲ ਜੋੜਿਆ ਹੋਇਆ ਹੈ, ਉਹ ਦੁਨਿਆਵੀ ਅਰਥਾਂ ਦੇ ਵਿੱਚ ਚੰਗੇ ਇਨਸਾਨ ਨੇ। ਉਹ ਦੁਨੀਆ ਨੂੰ ਭਲੇ ਪਾਸੇ ਵੱਲ ਲੈ ਕੇ ਜਾਂਦੇ। ਉਹਨਾਂ ਦੇ ਅੰਦਰ ਦੂਜਿਆਂ ਪ੍ਰਤੀ ਤਰਸ ਦੀ ਭਾਵਨਾ ਹੈ। ਉਹ ਚੰਗੀਆਂ ਖੋਜਾਂ ਕਰਕੇ ਦੁਨੀਆ ਨੂੰ ਅੱਗੇ ਵੱਲ ਨੂੰ ਤੋਰਦੇ ਨੇ। ਤੇ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ, ਉਹ ਤਬਾਹੀਆਂ ਦਾ ਕਾਰਨ ਬਣਦੇ। ਤਰਸ ਦੀ ਭਾਵਨਾ ਤਾਂ ਹੋਣੀ ਕੀ ਸੀ ਉਹਨਾਂ ਦੇ ਅੰਦਰ, ਤੇ ਦੂਜਿਆਂ ਨੂੰ ਲੁੱਟਣ ਦੀ ਲਾਲਸਾ ਹੈ। ਪਰ ਇਹ ਸਭ ਕੁਝ ਉਹਨਾਂ ਦੇ ਆਪਣੇ ਹੱਥ ਵੱਸ ਨਹੀਂ। ਇਹਨਾਂ ਜਨਤਾ ਕਾ ਵਸ ਕਿਛ ਨਾਹੀ। ਇਹ ਰੰਗਾ ਰੰਗ ਦਾ ਜਗਤ ਉਸ ਪ੍ਰਮਾਤਮਾ ਨੇ ਪੈਦਾ ਕੀਤਾ ਹੋਇਆ ਹੈ। ਰੰਗਾ ਰੰਗ ਦਾ ਭਾਵ ਕਿ ਇੱਥੇ ਵੱਖ-ਵੱਖ ਤਰ੍ਹਾਂ ਦੀਆਂ ਸੋਚਾਂ ਵਾਲੇ ਇਨਸਾਨ ਨੇ, ਵੱਖ-ਵੱਖ ਤਰ੍ਹਾਂ ਦੇ ਜੀਵ। ਗੁਰ ਕਿਰਪਾ ਤੇ ਜਾਣਿਆ, ਜਿੱਥੈ ਤੁਧ ਆਪ ਬੁਝਾਇਆ। ਜਿਸ ਵਡਭਾਗੀ ਮਨੁੱਖ ਦੇ ਹਿਰਦੇ ਵਿੱਚ ਤੂੰ ਆਪ ਹੀ ਸੂਝ ਪਾ ਦਿੱਤੀ, ਉਹਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ। ਸਹਿਜੇ ਹੀ ਸੱਚ ਸਮਾਇਆ। ਤੇ ਫਿਰ ਉਹ ਮਨੁੱਖ ਸਹਿਜ ਸੁਭਾਈ ਸੱਚ ਵਿੱਚ, ਜਾਣੀ ਕਿ ਹੇ ਪ੍ਰਮਾਤਮਾ, ਤੇਰੇ ਵਿੱਚ ਸਮਾ ਗਿਆ, ਤੇਰੇ ਨਾਲ ਇੱਕ ਮਿੱਕ ਹੋ ਗਿਆ। ਸ਼ਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਰਹਾਉ ਜਾਤ ਮੈਂ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਕਿੰਨੀ ਖੂਬਸੂਰਤ ਗੱਲ ਗੁਰੂ ਸਾਹਿਬ ਨੇ ਲਿਖੀ ਕਿ ਦੁੱਖ ਦਾਰੂ ਸੁਖ ਰੋਗ ਭਇਆ।
ਕਿੰਨੀ ਅਜਬ ਕੁਦਰਤ ਹੈ ਪ੍ਰਭੂ ਤੇਰੀ ਕਿ ਜੀਵਾਂ ਦੇ ਲਈ ਦੁੱਖ ਇਲਾਜ ਬਣ ਜਾਂਦਾ। ਕਿਵੇਂ? ਦੇਖੋ, ਅਸੀਂ ਫਿਰ ਤੋਂ ਵਿਗਿਆਨ ਨੂੰ ਇੱਥੇ ਵਿੱਚ ਲੈ ਕੇ ਆਉਂਦੇ ਹਾਂ। ਜਦੋਂ ਸਾਡੇ ਉੱਪਰ ਕੋਈ ਭੀੜ ਪੈਂਦੀ ਹੈ ਤਾਂ ਸਾਡੀ ਬਾਡੀ ਦਾ ਇੱਕ ਸਟ੍ਰੈਸ ਰਿਸਪੌਂਸ ਹੁੰਦਾ ਹੈ, ਜਿਹੜਾ ਐਕਸ਼ਨ ਦੇ ਵਿੱਚ ਆਉਂਦਾ ਹੈ, ਸਾਨੂੰ ਚੰਗਾ ਫੀਲ ਕਰਾਉਂਦਾ ਹੈ, ਜਾਂ ਸਾਡੀ ਉਸ ਭੀੜ ਤੋਂ ਪੈਦਾ ਹੋਣ ਵਾਲਾ ਜਿਹੜਾ ਦੁੱਖ ਹੈ ਉਹਨੂੰ ਥੋੜ੍ਹਾ ਘਟਾ ਕੇ ਰੱਖਦਾ ਹੈ। ਇੱਥੇ ਇੰਨਾ ਜ਼ਰੂਰ ਦੱਸਾਂਗੇ ਕਿ ਇਹ ਜੋ ਸਟ੍ਰੈਸ ਰਿਸਪੌਂਸ ਹੈ ਬਾਡੀ ਦਾ, ਉਸ ਪ੍ਰਭੂ ਦੇ ਵੱਲੋਂ ਪੈਦਾ ਕੀਤਾ ਹੈ ਵੱਡੇ ਖਤਰਿਆਂ ਦੀ ਖਾਤਰ। ਮਨੁੱਖ ਲੱਖਾਂ ਸਾਲਾਂ ਤੱਕ ਜੰਗਲਾਂ ਦੇ ਵਿੱਚ ਰਿਹਾ, ਕੋਈ ਹਥਿਆਰ ਨਹੀਂ ਹੁੰਦੇ ਸੀ, ਆਸੇ-ਪਾਸੇ ਅਨੇਕਾਂ ਪ੍ਰਕਾਰ ਦੇ ਜੰਗਲੀ ਜੀਵ ਜੰਤੂ ਹੁੰਦੇ ਸੀ, ਤੁਸੀਂ ਕਿਸੇ ਵੀ ਵਕਤ ਕਿਸੇ ਵੀ ਜੀਵ ਦਾ ਖਾਣਾ ਬਣ ਸਕਦੇ ਸੀ। ਤਾਂ ਇੱਦਾਂ ਦੇ ਖਤਰਿਆਂ ਦੀ ਖਾਤਰ ਕੁਦਰਤੀ ਆਫਤਾਂ ਵੀ ਆਉਂਦੀਆਂ ਸੀ, ਅੱਜ ਵੀ ਆਉਂਦੀਆਂ ਨੇ। ਇੱਦਾਂ ਦੇ ਵੱਡੇ ਖਤਰਿਆਂ ਦੀ ਖਾਤਰ ਉਹ ਜਿਹੜਾ ਸਟ੍ਰੈਸ ਰਿਸਪੌਂਸ ਬਣਿਆ। ਅਜੋਕੇ ਯੁੱਗ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਜਦੋਂ ਸਾਡਾ ਕੋਈ ਆਪਣਾ ਮਰਨ ਕਿਨਾਰੇ ਹੋਵੇ ਜਾਂ ਮਰ ਗਿਆ ਹੋਵੇ, ਦੁੱਖ ਹੁੰਦਾ ਹੈ, ਬੰਦਾ ਰੋਂਦਾ ਕਰ ਲਾਉਂਦਾ ਹੈ, ਉਸ ਵਕਤ ਵੀ ਉਹ ਸਟ੍ਰੈਸ ਰਿਸਪੌਂਸ ਹੈ ਜਿਹੜਾ ਉਹ ਚੱਲ ਰਿਹਾ ਹੁੰਦਾ ਹੈ। ਉਹ ਦੁਖੀ ਹੋਣ ਦੀ ਵਿਧੀ, ਉਹ ਵਿਪਤਾ, ਉਹ ਰੋਣਾ ਕਰਲਾਉਣਾ ਤੁਹਾਨੂੰ ਉਸ ਦੁੱਖ ਦੇ ਵਿੱਚੋਂ ਉਭਾਰਦਾ ਹੈ। ਕਈ ਵਾਰ ਸੁਣਨ 'ਚ ਆਉਂਦਾ ਹੈ ਕਿ ਕਿਸੇ ਦਾ ਕੋਈ ਆਪਣਾ ਮਰ ਗਿਆ ਅਤੇ ਉਹ ਬੰਦਾ ਜੋ ਹੈ, ਉਹ ਇਨਸਾਨ ਜੋ ਹੈ, ਉਹ ਗੁੰਮਸੁੰਮ ਹੋ ਗਿਆ, ਮੁੜ ਕੇ ਕਦੇ ਬੋਲਿਆ ਹੀ ਨਹੀਂ, ਪਾਗਲ ਹੀ ਹੋ ਗਿਆ ਉਸ ਤੋਂ ਬਾਅਦ ਉਹ, ਕਿਉਂਕਿ ਉੱਥੇ ਉਹਦੀ ਬਾਡੀ ਦਾ ਉਹ ਜਿਹੜਾ ਸਟ੍ਰੈਸ ਰਿਸਪੌਂਸ ਸੀ ਉਹ ਚੱਲਿਆ ਨਹੀਂ, ਉਹਦਾ ਰੋਣ ਕਰਲਾਉਣ ਹੋਇਆ ਨਹੀਂ, ਉਹ ਵਿਪਤਾ ਜਿਹੜੀ ਹੈ ਉਹਦੀ ਬਾਡੀ ਨੇ ਸਹਾਰੀ ਨਹੀਂ। ਸੋ ਦੁੱਖ ਦਾਰੂ ਜਿਹੜਾ ਬਣਨਾ ਚਾਹੀਦਾ ਸੀ ਉਸ ਇਨਸਾਨ ਲਈ ਬਣਿਆ ਨਹੀਂ। ਸਾਡੇ 'ਚੋਂ ਬਹੁਤਿਆਂ ਲਈ ਉਹ ਦੁੱਖ ਜਿਹੜਾ ਹੈ ਉਹ ਦਾਰੂ ਬਣ ਜਾਂਦਾ ਹੈ। ਅਚਰਜ ਕੁਦਰਤ ਹੈ। ਅਤੇ ਦੂਸਰੀ ਗੱਲ ਇਦੋਂ ਵੀ ਜ਼ਿਆਦਾ ਮਹੱਤਵਪੂਰਨ, ਸੁੱਖ ਰੋਗ ਭਇਆ, ਕਿ ਸੁੱਖ ਸਾਡੇ ਲਈ ਰੋਗ ਬਣ ਜਾਂਦਾ, ਦੁੱਖ ਦਾਰੂ ਬਣ ਜਾਂਦਾ, ਸੁੱਖ ਰੋਗ ਬਣ ਜਾਂਦਾ। ਸੁੱਖ ਸਾਡੇ ਦੁੱਖਾਂ ਦਾ ਕਾਰਨ ਬਣ, ਅਨੇਕਾਂ ਸੁੱਖ ਅਸੀਂ ਅੱਜ ਦੇ ਜੀਵਨ 'ਚ ਮਾਣਦੇ ਹਾਂ ਅਤੇ ਬਹੁਤੀ ਵਾਰੀ ਬਥੇਰੇ ਸੁੱਖਾਂ ਨੂੰ ਮਾਣਨ ਖਾਤਰ ਕਰਜ਼ੇ ਵਗੈਰਾ ਚੱਕ ਲੈਂਦੇ ਹਾਂ, ਫਿਰ ਕਿਸ਼ਤਾਂ ਭਰਨੀਆਂ ਨੇ, ਉਹ ਦੁੱਖ ਦਾ ਕਾਰਨ ਬਣਦਾ। ਕੋਈ ਕੀਮਤੀ ਚੀਜ਼ ਲੈ ਲੈਂਦੇ ਹਾਂ ਇੱਕ ਪਲ ਦੇ ਲਈ, ਸਾਡੇ ਲਈ ਉਹ ਸੁੱਖ ਦਾ ਸਾਧਨ ਹੈ, ਫਿਰ ਉਹਨੂੰ ਬਚਾ ਕੇ ਰੱਖਣਾ ਪੈਂਦਾ, ਉਹਦੇ ਖੁੱਸ ਜਾਣ ਦਾ, ਖਰਾਬ ਹੋ ਜਾਣ ਦਾ ਡਰ ਬਣਿਆ ਰਹਿੰਦਾ, ਉਹ ਦੁੱਖ ਦਾ ਕਾਰਨ ਬਣ ਜਾਂਦਾ। ਸੋ ਸੁੱਖ ਦੁੱਖਾਂ ਦੇ ਕਾਰਨ ਬਣ ਰਹੇ ਨੇ। ਦੁੱਖ ਜਿਹੜੇ ਨੇ ਅਸਲ ਦੁੱਖ, ਉਹ ਸਾਡੇ ਲਈ ਦਾਰੂ ਦਾ ਕੰਮ ਕਰਦੇ। ਅਚਰਜ ਕੁਦਰਤ ਉਸ ਪਰਮਾਤਮਾ ਦੀ, ਜਾਂ ਸੁੱਖ ਤਾਮ ਨਾ ਹੋਈ। ਪਰ ਜੇ ਕਿਸੇ ਨੂੰ ਅਸਲੀ ਆਤਮਿਕ ਸੁੱਖ ਮਿਲ ਜਾਵੇ ਤੇ ਫਿਰ ਉਹਨੂੰ ਦੁੱਖ ਰਹਿੰਦਾ ਹੀ ਕੋਈ, ਕਿਸੇ ਵੀ ਪ੍ਰਕਾਰ ਦਾ ਦੁੱਖ ਨਹੀਂ ਰਹਿੰਦਾ। ਤੂੰ ਕਰਤਾ ਕਰਨਾ ਮੈਂ ਨਾਹੀਂ, ਜਾ ਹਉ ਕਰੀ ਨਾ ਹੋਈ। ਹੇ ਪ੍ਰਭੂ, ਤੂੰ ਕਰਨਹਾਰ ਕਰਤਾਰ ਹੈ, ਇਹਨਾਂ ਭੇਦਾਂ ਨੂੰ ਤੂੰ ਹੀ ਸਮਝਦਾ ਹੈ। ਮੇਰੀ ਸਮਰੱਥਾ ਨਹੀਂ ਕਿ ਮੈਂ ਤੇਰੇ ਇਹ ਭੇਦ ਸਮਝ ਸਕਾਂ। ਜੇ ਮੈਂ ਇਹ ਦਾਅਵਾ ਵੀ ਕਰਾਂ ਕਿ ਮੈਂ ਤੇਰੇ ਭੇਦ ਨੂੰ ਥੋੜ੍ਹਾ ਬਹੁਤ ਸਮਝਦਾ ਤਾਂ ਇਹ ਗੱਲ ਫਬਦੀ ਨਹੀਂ। ਜਾ ਹਉ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਹੇ ਕੁਦਰਤ ਵਿੱਚ ਵਸ ਰਹੇ ਕਰਤਾਰ, ਮੈਂ ਤੇਰੇ ਤੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਸਾਰੀ ਸ੍ਰਿਸ਼ਟੀ ਵਿੱਚ ਤੇਰਾ ਨੂਰ ਵਸ ਰਿਹਾ ਹੈ, ਸਾਰੇ ਜੀਵਾਂ ਦੇ ਵਿੱਚ ਤੇਰਾ ਪ੍ਰਕਾਸ਼ ਹੈ। ਤੂੰ ਸਭ ਥਾਈਂ ਇੱਕ ਰਸ ਵਿਆਪਕ ਹੈ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਿਆ। ਹੇ ਪ੍ਰਭੂ, ਤੂੰ ਸਦਾ ਥਿਰ ਰਹਿਣ ਵਾਲਾ ਹੈ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਨੇ ਤੇਰੇ ਗੁਣ ਗਾਏ ਉਹ ਸੰਸਾਰ ਸਮੁੰਦਰ ਤੋਂ ਤਰ ਗਿਆ। ਕਹੋ ਨਾਨਕ, ਹੇ ਨਾਨਕ ਇਹ ਆਖ, ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਹਿਆ। ਇਹ ਕਰਤਾਰ ਦੀ ਸਿਫਤ ਸਲਾਹ ਕਰ ਤੇ ਆਖ ਕੇ ਪ੍ਰਭੂ, ਜੋ ਕੁਝ ਕਰਨਾ ਤੈਨੂੰ ਚੰਗਾ ਲੱਗਦਾ ਤੂੰ ਉਹੀ ਕਰਦਾ ਹੈ, ਤੇਰੇ ਕਾਰਜਕਾਲ ਦੇ ਵਿੱਚ ਕਿਸੇ ਦਾ ਕੋਈ ਦਖਲ ਨਹੀਂ। ਇਹ ਵੀ ਬਹੁਤ ਮਹੱਤਵਪੂਰਨ ਗੱਲ ਹੈ। ਜੋ ਕੁਛ ਕਰਨਾ ਸੋ ਕਰ ਰਹਿਆ, ਕਿ ਜੋ ਉਸ ਪਰਮਾਤਮਾ ਨੇ ਕਰਨਾ ਉਹ ਕਰਕੇ ਰਹਿੰਦਾ ਹੈ, ਉਹ ਉਹੀ ਕਰਦਾ। ਅਸੀਂ ਧਾਰਮਿਕ ਕਾਰਜਾਂ ਦੇ ਰਾਹੀਂ ਜੋ ਉਸ ਪਰਮਾਤਮਾ ਦੇ ਕਾਰਜ ਦੇ ਵਿੱਚ ਦਖਲ ਦੇਣ ਦੀਆਂ ਆਪਣੇ ਵੱਲੋਂ ਕੋਸ਼ਿਸ਼ਾਂ ਕਰਦੇ ਹਾਂ, ਉਹ ਸਿਰਫ ਕੋਸ਼ਿਸ਼ਾਂ ਹੀ ਨੇ। ਪ੍ਰਭੂ ਦੇ ਕਾਰਜ ਦੇ ਵਿੱਚ ਇਹਨਾਂ ਕੋਸ਼ਿਸ਼ਾਂ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਉਹਨੇ ਕਰਨਾ ਉਹੀ ਹੈ ਜੋ ਉਹਨੇ ਕਰਨਾ ਹੈ। ਮਹਿਲਾ ਦੂਜਾ, ਜੋਗ ਸ਼ਬਦਾਂ, ਗਿਆਨ ਸ਼ਬਦਾਂ, ਵੇਦ ਸ਼ਬਦਾਂ, ਬ੍ਰਾਹਮਣਾ
ਖੱਤਰੀ ਸ਼ਬਦਾਂ ਸੂਰ ਸ਼ਬਦਾਂ ਸੂਦਰ ਸ਼ਬਦਾਂ ਪ੍ਰਾਕ੍ਰਿਤਾ। ਸਰਬ ਸ਼ਬਦਾਂ ਏਕ ਸ਼ਬਦਾਂ ਜੇ ਕੋ ਜਾਣੈ ਭਿਓ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ, ਸੋਈ ਨਿਰੰਜਨ ਦਿਓ। ਸ਼ਬਦ ਦਾ ਜੋ ਅਰਥ ਹੈ ਇੱਥੇ ਉਹ ਹੈ ਜੀਵ ਦਾ ਧਰਮ। ਯੋਗ ਸ਼ਬਦਾਂ ਗਿਆਨ, ਯੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ, ਬ੍ਰਹਮ ਦੀ ਵਿਚਾਰ ਕਰਨਾ ਹੈ। ਵੇਦ ਸ਼ਬਦਾਂ ਬ੍ਰਾਹਮਣਾ, ਤੇ ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ। ਖੱਤਰੀ ਸ਼ਬਦਾਂ ਸੂਰ, ਸੂਰ ਤੋਂ ਭਾਵ ਸੂਰਮਿਆਂ ਵਾਲੇ ਕੰਮ ਕਰਨੇ। ਖੱਤਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ। ਸ਼ੂਦਰ ਸ਼ਬਦਾਂ ਪ੍ਰਾਕ੍ਰਿਤਾ, ਪ੍ਰਾਕ੍ਰਿਤਾ ਤੋਂ ਭਾਵ ਦੂਜਿਆਂ ਦੀ ਸੇਵਾ ਕਰਨੀ, ਪਰਾਈ ਕਿਰਤ ਕਰਨੀ। ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਹੈ। ਥੋੜ੍ਹਾ ਜਿਹਾ ਵਿਚਾਰ ਕਰਕੇ ਸਮਝਣ ਵਾਲੀ ਗੱਲ ਹੈ ਇਹ। ਹੋਸ਼ੀ ਸਮਝ ਵਾਲਾ ਇਨਸਾਨ ਇੱਥੇ ਇਹ ਕਹਿ ਸਕਦਾ ਕਿ ਗੁਰੂ ਸਾਹਿਬ ਜਾਤਾਂ ਪਾਤਾਂ ਨੂੰ ਵਧਾਵਾ ਦੇ ਰਹੇ ਆ, ਪਰ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਜਾਤ ਪਾਤ ਵਾਲਾ ਜਿਹੜਾ ਇਹ ਸਿਸਟਮ ਹੈ ਉਹਦੀ ਸਭ ਤੋਂ ਵੱਡੀ ਬੁਰਾਈ ਜਿਹੜੀ ਹੈ ਉਹ ਇਹ ਹੈ ਕਿ ਇੱਕ ਨੂੰ ਵੱਡਾ ਉੱਚਾ ਤੇ ਦੂਜੇ ਨੂੰ ਨੀਵਾਂ ਸਮਝਣਾ। ਇੱਥੇ ਜੇ ਅਸੀਂ ਗੌਰ ਕਰੀਏ ਗੁਰੂ ਸਾਹਿਬ ਕਿਸੇ ਨੂੰ ਉੱਚਾ ਜਾਂ ਨੀਵਾਂ ਨਹੀਂ ਕਹਿ ਰਹੇ। ਜੋ ਗੱਲ ਗੁਰੂ ਸਾਹਿਬ ਇੱਥੇ ਕਰਦੇ ਪਏ ਨੇ ਉਹ ਬਿਲਕੁਲ ਉਂਝ ਹੀ ਹੈ ਜਿਵੇਂ ਅਜੋਕੇ ਯੁੱਗ ਦੇ ਵਿੱਚ ਡਾਕਟਰ ਵੀ ਨੇ, ਇੰਜੀਨੀਅਰ ਵੀ ਨੇ, ਕਿਸਾਨ ਵੀ ਨੇ, ਮਜ਼ਦੂਰ ਵੀ ਨੇ, ਅਧਿਆਪਕ ਵੀ ਨੇ, ਧਾਰਮਿਕ ਆਗੂ ਵੀ ਨੇ। ਇੰਨੇ ਜ਼ਿਆਦਾ ਪ੍ਰਕਾਰ ਦੀਆਂ ਸਪੈਸ਼ੈਲਿਟੀਆਂ ਅੱਜ ਦੇ ਯੁੱਗ 'ਚ ਇਸ ਸੰਸਾਰ 'ਚ ਹੈਗੀਆਂ ਨੇ ਕਿ ਉਂਗਲਾਂ 'ਤੇ ਅਸੀਂ ਗਿਣ ਵੀ ਨਹੀਂ ਸਕਦੇ। ਤਾਂ ਹੁਣ ਜਿਹੜਾ ਡਾਕਟਰ ਹੈ ਉਹ ਡਾਕਟਰੀ ਦਾ ਕੰਮ ਕਰਦਾ, ਡਾਕਟਰੀ ਉਹਦਾ ਧੰਦਾ ਹੈ, ਉਹਦਾ ਧਰਮ ਹੈ। ਜਿਹੜਾ ਇੰਜੀਨੀਅਰ ਹੈ ਉਹਦੇ ਲਈ ਉਹਦੀ ਇੰਜੀਨੀਅਰਿੰਗ ਜਿਹੜੀ ਹੈ ਉਹੀ ਉਹਦਾ ਧਰਮ ਹੈ, ਉਹਨੇ ਉਹ ਕਰਨਾ, ਉਹਦੇ ਲਈ ਉਸ ਪ੍ਰਭੂ ਨੇ ਉਹੀ ਮਿਥਿਆ ਹੋਇਆ। ਪਰ ਇੱਥੇ ਅਸੀਂ ਇਹ ਤਾਂ ਨਹੀਂ ਕਹਿ ਰਹੇ ਕਿ ਡਾਕਟਰ ਉੱਚਾ ਹੈ ਅਤੇ ਇੰਜੀਨੀਅਰ ਨੀਵਾਂ ਹੈ। ਦੋਨਾਂ ਦਾ ਆਪਸ ਦੇ ਵਿੱਚ ਨੌ ਮਾਸ ਵਾਲਾ ਰਿਸ਼ਤਾ ਹੈ। ਇੰਜੀਨੀਅਰਾਂ ਦੀਆਂ ਬਣਾਈਆਂ ਹੋਈਆਂ ਮਸ਼ੀਨਾਂ ਨੂੰ ਡਾਕਟਰ ਵਰਤਦੇ ਨੇ ਅਤੇ ਡਾਕਟਰ ਇੰਜੀਨੀਅਰਾਂ ਨੂੰ ਸਵਸਥ ਵੀ ਰੱਖਦੇ ਨੇ। ਦੋਨਾਂ ਨੂੰ ਅਸੀਂ ਵੱਖ ਕਰਕੇ ਵੇਖ ਹੀ ਨਹੀਂ ਸਕਦੇ। ਇੱਕ ਮਸ਼ੀਨ ਦੇ ਵੱਖ-ਵੱਖ ਪੁਰਜਿਆਂ ਵਾਂਗ ਕੰਮ ਕਰਦੇ ਨੇ ਇਹ ਸਾਰੇ ਹੀ ਜਿਹੜੇ ਕਿੱਤੇ ਹੈ। ਇਹ ਸੰਸਾਰ ਇੱਕ ਮਸ਼ੀਨ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਕਿੱਤੇ ਜਿਹੜੇ ਹੈਗੇ ਆ ਉਹ ਇਸ ਮਸ਼ੀਨ ਦੇ ਵਿੱਚ ਵੱਖ-ਵੱਖ ਪੁਰਜਿਆਂ ਦੀ ਤਰ੍ਹਾਂ ਕੰਮ ਕਰਦੇ ਨੇ। ਹਰ ਇੱਕ ਦਾ ਆਪਣਾ ਕਾਰਜ ਹੈ, ਆਪਣੀ ਡਿਊਟੀ ਹੈ, ਆਪਣੀ ਮਹੱਤਤਾ ਹੈ। ਕਿਸੇ ਇੱਕ ਨੂੰ ਵੀ ਬਾਹਰ ਕੱਢਦੀ ਹੈ ਮਸ਼ੀਨ ਰੁਕ ਜਾਂਦੀ। ਉਹ ਗੱਲ ਗੁਰੂ ਸਾਹਿਬ ਇੱਥੇ ਕਰਦੇ ਨੇ। ਜੋ ਸੂਰਮਿਆਂ ਵਾਲੇ ਕੰਮ, ਇੱਥੇ ਨਹੀਂ ਕਿ ਜੇ ਖੱਤਰੀ ਹੈ, ਖੱਤਰੀ ਧਰਮ ਦੇ ਵਿੱਚ ਕੋਈ ਜਾਂ ਜਾਤ ਦੇ ਵਿੱਚ ਪੈਦਾ ਹੋ ਗਏ ਅਤੇ ਉਹਨੇ ਸੂਰਮਿਆਂ ਵਾਲੇ ਕੰਮ ਹੀ ਕਰਨੇ, ਜਾਂ ਜੇ ਸ਼ੂਦਰ ਜਾਤ ਦੇ ਵਿੱਚ ਕੋਈ ਪੈਦਾ ਹੋ ਗਿਆ ਅਤੇ ਉਹਨੇ ਦੂਜਿਆਂ ਦੀ ਸੇਵਾ ਹੀ ਕਰਨੀ ਹੈ। ਬਲਕਿ ਇਹ ਉਲਟਾ ਕਿ ਜੋ ਦੂਜਿਆਂ ਦੀ ਸੇਵਾ ਕਰਦਾ ਉਹਨੂੰ ਸ਼ੂਦਰ ਕਹਿੰਦੇ ਆ, ਜੋ ਸੂਰਮਿਆਂ ਵਾਲੇ ਕੰਮ ਕਰਦਾ ਉਹਨੂੰ ਖੱਤਰੀ ਕਹਿੰਦੇ ਆ। ਜੋ ਵੇਦਾਂ ਦੀ ਵਿਚਾਰ ਕਰੇ ਉਹ ਬ੍ਰਾਹਮਣ ਹੈ, ਜੋ ਗਿਆਨ ਪ੍ਰਾਪਤ ਕਰੇ ਉਹ ਜੋਗੀ ਹੈ। ਭਾਸ਼ਾ ਦੀ ਲਿਮੀਟੇਸ਼ਨ ਹੈ ਕਿ ਜੇ ਕੋਈ ਇੱਕ ਕਾਰਜ ਹੈ, ਇੱਕ ਖਾਸ ਧੜਾ ਹੈ ਜੋ ਵੀ ਉਹ ਕੁਝ ਕਰਦਾ। ਹੁਣ ਜਿਵੇਂ ਇੰਜੀਨੀਅਰਾਂ ਦਾ ਆਪਾਂ ਗੱਲ ਕੀਤੀ, ਉਹ ਇੱਕ ਧੜਾ ਹੈ, ਉਹਨੂੰ ਇੱਕ ਨਾਮ ਦੇਣਾ ਉਸ ਧੜੇ ਨੂੰ। ਤਾਂ ਇਹ ਤਾਂ ਨਹੀਂ ਕਿ ਜੇ ਕੋਈ ਇੰਜੀਨੀਅਰ ਦੇ ਘਰ ਪੈਦਾ ਹੋ ਗਿਆ ਅਤੇ ਉਹਨੇ ਇੰਜੀਨੀਅਰ ਹੀ ਬਣਨਾ ਹੈ। ਹਾਂ, ਜਿਹੜਾ ਇੰਜੀਨੀਅਰਿੰਗ ਕਰੂਗਾ ਉਹਨੂੰ ਇੰਜੀਨੀਅਰ ਜ਼ਰੂਰ ਕਹਾਂਗੇ। ਸੋ ਉਲਟੀ ਗੱਲ ਹੈ। ਜਾਤ ਕਾਰਜ ਨਿਰਧਾਰਤ ਨਹੀਂ ਕਰਦੀ ਜਾਂ ਕੋਈ ਨਾਮ ਕਾਰਜ ਨੂੰ ਨਿਰਧਾਰਤ ਨਹੀਂ ਕਰਦਾ। ਜੋ ਕਾਰਜ ਮਨੁੱਖ ਕਰਦਾ ਉਹ ਉਹਦੀ ਜਾਤ ਨਿਰਧਾਰਤ ਕਰਦਾ। ਅਸੀਂ ਕਹਿ ਸਕਦੇ ਕਿ ਚਲੋ ਸ਼ੂਦਰ, ਬ੍ਰਾਹਮਣ, ਖੱਤਰੀ ਇਹ ਸਾਰੇ ਹੀ ਸੰਸਾਰ ਦੀ ਮਸ਼ੀਨ ਦੇ ਵਿੱਚ ਵੱਖ-ਵੱਖ ਪੁਰਜੇ ਨੇ। ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਸਾਰਿਆਂ ਦਾ ਆਪੋ ਆਪਣਾ ਕੰਮ ਹੈ। ਕਿਸੇ ਦਾ ਕੋਈ ਹੱਕ ਨਹੀਂ ਕਿ ਉਹ ਦੂਜੇ ਨਾਲ ਵਿਤਕਰਾ ਕਰੇ। ਅਤੇ ਇਹ ਵੀ ਨਹੀਂ ਕਿ ਜੇ ਸ਼ੂਦਰ ਦੇ ਘਰੇ ਕੋਈ ਪੈਦਾ ਹੋ ਗਿਆ ਤਾਂ ਉਹਨੇ ਸ਼ੂਦਰ ਹੀ ਬਣਨਾ। ਉਹ ਵੇਦਾਂ ਦੀ ਵਿਚਾਰ ਨਹੀਂ ਕਰ ਸਕਦਾ। ਕਿਉਂ ਨਹੀਂ ਕਰ ਸਕਦਾ? ਉਹ ਵੀ ਕਰ ਸਕਦਾ। ਜੇ ਸ਼ੂਦਰ ਦੇ ਘਰੇ ਪੈਦਾ ਹੋਇਆ ਕੋਈ ਵੇਦਾਂ ਦੀ ਵਿਚਾਰ ਕਰਨ ਲੱਗ ਜਾਵੇ ਤੇ ਉਹ ਬ੍ਰਾਹਮਣ ਹੈ। ਇਹਨੂੰ ਉਲਟੇ ਤੌਰ 'ਤੇ ਅਸੀਂ ਸਮਝਣਾ। ਇੱਕ ਵਾਰ ਫਿਰ ਦੁਹਰਾ ਦਈਏ ਕਿ ਇਹ ਨਹੀਂ ਕਿ ਖੱਤਰੀ ਦਾ ਧਰਮ ਸੂਰਮਾ ਹੀ ਹੈ ਜਾਂ ਸ਼ੂਦਰ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ਹੀ ਹੈ, ਜਾਂ ਬ੍ਰਾਹਮਣ ਦਾ ਧਰਮ ਵੇਦਾਂ ਦੀ ਵਿਚਾਰ ਕਰਨੀ। ਜੋ ਵੇਦਾਂ ਦੀ ਵਿਚਾਰ ਕਰਦਾ ਉਹ ਬ੍ਰਾਹਮਣ, ਜੋ ਸੂਰਮਿਆਂ ਵਾਲੇ ਕੰਮ ਕਰਦਾ ਉਹ ਖੱਤਰੀ ਹੈ, ਜੋ ਦੂਜਿਆਂ ਦੀ ਸੇਵਾ ਕਰਦਾ ਉਹ ਸ਼ੂਦਰ ਹੈ। ਅਤੇ ਤਿੰਨੇ ਹੀ ਬਰਾਬਰ ਹੈ, ਕੋਈ ਉੱਚਾ ਨੀਵਾਂ ਨਹੀਂ ਹੈ। ਇਸ ਤੋਂ ਵੀ ਇੱਕ ਕਦਮ ਅੱਗੇ ਜਾਂਦੇ ਗੁਰੂ ਸਾਹਿਬ ਕਹਿੰਦੇ ਸਰਬ ਸ਼ਬਦਾਂ ਏਕ ਸ਼ਬਦਾਂ ਜੇਕੋ ਜਾਣੈ ਭਿਓ। ਇਹਨਾਂ ਸਾਰਿਆਂ ਦਾ ਇੱਕ ਮੁੱਖ ਧਰਮ ਵੀ ਹੈ, ਉਹ ਹੈ ਇੱਕ ਪ੍ਰਭੂ ਦਾ ਸਿਮਰਨ ਕਰਨਾ।
ਜੇ ਅਸੀਂ ਆਪਣੀ ਮਸ਼ੀਨ ਵਾਲੀ ਉਦਾਹਰਣ 'ਤੇ ਫੇਰ ਆਈਏ, ਮਸ਼ੀਨ ਦੇ ਵਿੱਚ ਹਰੇਕ ਪੁਰਜਾ ਆਪੋ ਆਪਣਾ ਕੰਮ ਕਰਦਾ ਪਿਆ, ਪਰ ਓਵਰਆਲ ਜਿਹੜੀ ਉਹ ਮਸ਼ੀਨ ਆ ਉਹਦਾ ਕੰਮ ਤੇ ਕੁਝ ਹੋਰ ਹੈ। ਇਸ ਉਦਾਹਰਣ ਨੂੰ ਥੋੜ੍ਹਾ ਜਿਹਾ ਹੋਰ ਜੇ ਆਪਾਂ ਸਪੈਸੀਫਿਕ ਕਰ ਲਈਏ, ਮੰਨ ਲਓ ਕੰਬਾਈਨ ਹੈ ਜਿਹੜੀ ਕਣਕ ਝੋਨਾ ਆਦਿਕ ਵੱਢਦੀ ਹੈ, ਕਿੰਨੇ ਅਨੇਕਾਂ ਪੁਰਜੇ ਨੇ ਉਹਦੇ ਵਿੱਚ। ਮੋਟੇ ਤੌਰ 'ਤੇ ਅਸੀਂ ਜੇ ਗੱਲ ਕਰ ਲਈਏ, ਇੱਕ ਪੁਰਜਾ ਤੇ ਉਹ ਹੈ ਜਿਹਨੇ ਖੇਤ ਦੇ ਵਿੱਚੋਂ ਕਣਕ ਨੂੰ ਵੱਢਣਾ ਹੈ, ਦੂਜਾ ਪੁਰਜਾ ਉਹ ਹੈ ਜਿਹਨੇ ਉਸ ਵੱਢੀ ਹੋਈ ਨੂੰ ਉੱਪਰ ਚੁੱਕਣਾ ਅਤੇ ਅੱਗੇ ਸਿਸਟਮ ਦੇ ਵਿੱਚ ਪਾ ਦੇਣਾ। ਫਿਰ ਸਿਸਟਮ ਦੇ ਵਿੱਚ ਪੁਰਜਾ ਹੈ ਜਿਹਨੇ ਉਹਨੂੰ ਦਰੜ ਫਰੜ ਕਰਨਾ। ਫਿਰ ਇੱਕ ਪੁਰਜਾ ਜਿਹਨੇ ਦਾਣਿਆਂ ਨੂੰ ਅੱਡ ਕਰਨਾ, ਤੂੜੀ ਨੂੰ ਅੱਡ ਕਰਨਾ। ਉਸ ਤੋਂ ਬਾਅਦ ਇੱਕ ਪੁਰਜਾ ਜਿਹਨੇ ਦਾਣਿਆਂ ਨੂੰ ਦਾਣਿਆਂ ਵਾਲੇ ਪਾਸੇ ਭੇਜਣਾ। ਫਿਰ ਇੱਕ ਪੁਰਜਾ ਜਿਹਨੇ ਤੂੜੀ ਨੂੰ ਤੂੜੀ ਵਾਲੇ ਪਾਸੇ ਭੇਜਣਾ। ਸੋ ਸਾਰੇ ਪੁਰਜਿਆਂ ਦੇ ਆਪੋ ਆਪਣੇ ਕੰਮ ਹੋ ਗਏ, ਪਰ ਓਵਰਆਲ ਜੇ ਆਪਾਂ ਗੱਲ ਕਰ ਲਈਏ ਤਾਂ ਉਸ ਕੰਬਾਈਨ ਦਾ ਕੰਮ ਕੀ ਹੈ? ਝੋਨੇ ਨੂੰ ਜਾਂ ਕਣਕ ਨੂੰ ਤੂੜੀ ਨਾਲੋਂ ਅੱਡ ਕਰਨਾ, ਇਹ ਕਹਿ ਸਕਦੇ। ਸੋ ਉਸੇ ਪ੍ਰਕਾਰ ਹੀ ਕਿਸੇ ਦਾ ਇੰਡੀਵਿਜੂਅਲੀ ਕੰਮ ਜਿਹੜਾ ਹੈਗਾ ਉਹ ਵੇਦਾਂ ਦੀ ਵਿਚਾਰ ਕਰਨੀ, ਸੂਰਮਿਆਂ ਵਾਲੇ ਕੰਮ ਕਰਨੇ, ਗਿਆਨ ਪ੍ਰਾਪਤ ਕਰਨਾ, ਦੂਜਿਆਂ ਦੀ ਸੇਵਾ ਕਰਨੀ ਆਦਿਕ ਹੋ ਸਕਦਾ ਹੈ। ਪਰ ਓਵਰਆਲ ਸਾਰਿਆਂ ਦਾ ਇੱਕ ਧਰਮ ਇਹ ਵੀ ਹੈ ਕਿ ਉਸ ਪ੍ਰਮਾਤਮਾ ਦਾ ਸਿਮਰਨ ਕਰਨ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ। ਮਹਿਲਾ ਦੂਜਾ। ਏਕ ਕ੍ਰਿਸ਼ਨ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ। ਆਤਮਾ ਵਾਸੁਦੇਵ ਜੇ ਕੋ ਜਾਣੈ ਭੇਉ। ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ। ਸੋਈ ਨਿਰੰਜਨ ਦੇਉ। ਏਕ ਕ੍ਰਿਸ਼ਨ ਜਾਣੀ ਇੱਕ ਪਰਮਾਤਮਾ। ਇੱਥੇ ਗੁਰੂ ਸਾਹਿਬ ਨੇ ਪਰਮਾਤਮਾ ਨੂੰ ਸ਼ਬਦ ਕ੍ਰਿਸ਼ਨ ਦੇ ਨਾਲ ਸੰਬੋਧਨ ਕੀਤਾ ਹੈ। ਏਕ ਕ੍ਰਿਸ਼ਨ ਸਰਬ ਦੇਵਾ, ਇੱਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਵੀ ਆਤਮਾ ਹੈ। ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ, ਨਾਨਕ ਉਸ ਮਨੁੱਖ ਦਾ ਦਾਸ ਹੈ ਤੇ ਉਹ ਮਨੁੱਖ ਖੁਦ ਪਰਮਾਤਮਾ ਦਾ ਰੂਪ ਹੈ। ਮਹਿਲਾ ਪਹਿਲਾ। ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨ ਹੋਏ। ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨ ਹੋਏ। ਪਾਣੀ ਅਤੇ ਘੜੇ ਦੀ ਉਦਾਹਰਣ ਗੁਰੂ ਸਾਹਿਬ ਦਿੰਦੇ ਨੇ। ਕਹਿੰਦੇ ਕੁੰਭੇ ਬੱਧਾ ਜਲ ਰਹੈ। ਹੁਣ ਪਾਣੀ ਦੀ ਫਿਤਰਤ ਹੈ ਕਿ ਉਹਨੇ ਵਗਣਾ ਹੈ, ਟਿਕ ਨਹੀਂ ਸਕਦਾ ਉਦੋਂ ਤੱਕ ਜਦੋਂ ਤੱਕ ਕਿ ਤੁਸੀਂ ਉਹਨੂੰ ਕਿਸੇ ਭਾਂਡੇ 'ਚ ਨਹੀਂ ਪਾ ਲੈ। ਕੁੰਭੇ ਤੋਂ ਭਾਵ ਹੈ ਇੱਥੇ ਘੜਾ। ਕੁੰਭੇ ਬੱਧਾ ਜਲ ਰਹੈ, ਉਹ ਇੱਕ ਥਾਂ ਤਾਂ ਹੀ ਟਿਕਿਆ ਜੇ ਘੜੇ ਦੇ ਵਿੱਚ ਹੈ। ਜਲ ਬਿਨ ਕੁੰਭ ਨਾ ਹੋਏ। ਪਰ ਗੱਲ ਇਹ ਵੀ ਯਾਦ ਰੱਖਣ ਵਾਲੀ ਹੈ ਕਿ ਪਾਣੀ ਤੋਂ ਬਿਨਾਂ ਉਹ ਘੜਾ ਵੀ ਨਹੀਂ ਬਣ ਸਕਦਾ। ਮਿੱਟੀ ਸੁੱਕੀ ਹੈ, ਉਹਨੂੰ ਗਿੱਲੀ ਕਰਨ ਦੇ ਲਈ ਪਾਣੀ ਚਾਹੀਦਾ। ਗਿੱਲੀ ਹੋਏਗੀ, ਗਾਰਾ ਬਣੇਗਾ ਤਾਂ ਹੀ ਤੇ ਘੜਾ ਬਣੇਗਾ। ਅੱਗੇ ਕਹਿੰਦੇ ਗਿਆਨ ਕਾ ਬੱਧਾ ਮਨ ਰਹਾ। ਹੁਣ ਜਿਵੇਂ ਪਾਣੀ ਦੀ ਫਿਤਰਤ ਹੈ ਕਿ ਉਹਨੇ ਵਗਣਾ ਹੈ, ਉਸੇ ਤਰ੍ਹਾਂ ਮਨ ਦੀ ਫਿਤਰਤ ਹੈ ਕਿ ਉਹਨੇ ਊਟ ਪਟਾਂਗ ਸੋਚਦੇ ਹੀ ਰਹਿਣਾ ਹੈ, ਇੱਕ ਥਾਂ ਟਿਕਣਾ ਨਹੀਂ। ਤੇ ਜਿਵੇਂ ਪਾਣੀ ਨੂੰ ਘੜਾ ਬੰਨ੍ਹ ਕੇ ਰੱਖਦਾ ਹੈ, ਪਾਣੀ ਨੂੰ ਇੱਕ ਥਾਂ ਘੜਾ ਰੱਖਦਾ ਹੈ, ਉਸੇ ਤਰ੍ਹਾਂ ਮਨ ਨੂੰ ਇੱਕ ਥਾਂ ਟਿਕਾਣੇ 'ਤੇ ਗਿਆਨ ਰੱਖਦਾ ਹੈ। ਘੜਾ ਤੇ ਚਲੋ ਪਾਣੀ ਤੋਂ ਬਣਦਾ ਹੈ, ਪਰ ਇਹ ਗਿਆਨ ਜਿਹੜਾ ਗੁਰੂ ਤੋਂ ਮਿਲਦਾ ਹੈ। ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਪੈਦਾ ਨਹੀਂ ਹੋ ਸਕਦਾ, ਜਿਵੇਂ ਪਾਣੀ ਤੋਂ ਬਿਨਾਂ ਘੜਾ ਨਹੀਂ ਬਣ ਸਕਦਾ। ਪੌੜੀ ਪੜਿਆ ਹੋਵੇ ਗੁਨਹਗਾਰ, ਤਾਂ ਉਮੀ ਸਾਧ ਨਾ ਮਾਰੀਐ। ਜਿਹਾ ਕਾਲੇ ਕਾਲਣਾ ਤੇ ਵੇਹੋ ਨਾਉ ਪਚਾਰੀਐ। ਐਸੀ ਕਲਾ ਨਾ ਖੇਡੀਐ, ਜਿਤ ਦਰਗਹਿ ਗਿਆ ਹਾਰੀਐ। ਪੜਿਆ ਅਤੈ ਓਮੀਆਂ, ਵਿਚਾਰ ਅਗੈ ਵਿਚਾਰੀਐ। ਮੋਹਿ ਚੱਲੈ ਸੋ ਅੱਗੇ ਮਾਰੀਐ। ਮੋਹਿ ਚੱਲੈ ਸੋ ਅੱਗੇ ਮਾਰੀਐ। ਪੜ੍ਹਿਆਂ ਤੇ ਅਨਪੜ੍ਹਾਂ ਦੀ ਗੱਲ ਗੁਰੂ ਸਾਹਿਬ ਇਸ ਪੌੜੀ ਦੇ ਵਿੱਚ ਕਰਦੇ ਨੇ। ਕਹਿੰਦੇ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਐ। ਓਮੀ ਤੋਂ ਭਾਵ ਨਿਰਾ ਸ਼ਬਦ ਓਮ ਨੂੰ ਜਾਣਨ ਵਾਲਾ, ਕਿ ਜਿਹਨੂੰ ਓਮ ਸ਼ਬਦ ਦੀ ਸਮਝ ਹੈ, ਸਿੱਧਰਾ ਬੰਦਾ ਹੈ, ਅਨਪੜ੍ਹ ਹੈ, ਪੜ੍ਹਿਆ ਲਿਖਿਆ ਨਹੀਂ। ਪੜ੍ਹਿਆ ਹੋਵੇ ਗੁਨਾਹਗਾਰ, ਜੇ ਪੜ੍ਹਿਆ ਲਿਖਿਆ ਮਨੁੱਖ ਮੰਦ ਕਰਮੀ ਹੋ ਜਾਏ, ਅਕਸਰ ਹੋ ਜਾਂਦੇ ਨੇ ਪੜ੍ਹੇ ਲਿਖੇ ਮਨੁੱਖ
ਗੁਨਹਗਾਰ ਹੋ ਜਾਂਦੇ, ਮੰਦਕਰਮੀ ਹੋ ਜਾਂਦੇ ਨੇ। ਹੋਰ ਨਹੀਂ ਤੇ ਹੰਕਾਰ ਦੇ ਵਿੱਚ ਹੀ ਆ ਜਾਂਦੇ ਕਿ ਮੈਂ ਤੇ ਪੜ੍ਹਿਆ ਲਿਖਿਆ, ਮੈਂ ਤਾਂ ਗਿਆਨਵਾਣੀ ਬਹੁਤ ਹਾਂ। ਇਸ ਹੰਕਾਰ ਦੇ ਵਿੱਚ ਹੀ ਆ ਕੇ ਗੁਨਹਗਾਰ ਹੋ ਜਾਂਦੇ ਨੇ। ਤੇ ਕਹਿੰਦੇ ਉਹਨਾਂ ਨਾਲੋਂ ਤਾਂ ਓਮੀ ਭਲਾ, ਜਿਹਨੂੰ ਸਿਰਫ ਓਮ ਸ਼ਬਦ ਦੀ ਸਮਝ ਹੈ, ਇਹਦੇ ਤੋਂ ਬਿਨਾਂ ਕਾਸੇ ਦੀ ਸਮਝ ਨਹੀਂ। ਉਹ ਮਨੁੱਖ ਨੇਕ ਹੈ ਤੇ ਉਹਨੂੰ ਮਾਰ ਨਹੀਂ ਪੈਂਦੀ। ਪੜ੍ਹਿਆ ਲਿਖਿਆ ਮਿੰਟ 'ਚ ਦੁਖੀ ਹੋ ਜਾਂਦਾ ਹੈ। ਉਹਦਾ ਉਹ ਜਿਹੜਾ ਹੰਕਾਰ ਹੈ, ਈਗੋ ਆ, ਉਹ ਛੋਟੀ ਜਿਹੀ ਗੱਲ ਨਾਲ ਹਰਟ ਹੋ ਜਾਂਦੀ, ਦੁੱਖ ਪਹੁੰਚਦਾ ਹੈ ਉਹਨੂੰ। ਪਰ ਅਜਿਹਾ ਜਿਹੜਾ ਓਮੀ ਹੈ, ਜੋ ਅਨਪੜ੍ਹ ਹੈ, ਜੋ ਸਿੱਧਰਾ ਬੰਦਾ ਹੈ, ਉਹਨੂੰ ਕਿਸੇ ਚੀਜ਼ ਦੇ ਨਾਲ ਫਰਕ ਹੀ ਕੋਈ ਨਹੀਂ ਪੈਂਦਾ, ਉਹਨੂੰ ਕੋਈ ਮਾਰ ਪੈਂਦੀ ਹੋਈ ਨਹੀਂ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ। ਮਨੁੱਖ ਜਿਉਂ ਜੀ ਕਰਤੂਤ ਕਰਦਾ, ਉਹੋ ਜਿਹਾ ਹੀ ਜਗਤ ਦੇ ਵਿੱਚ ਉਹਦਾ ਨਾਮਣਾ ਹੁੰਦਾ। ਐਸੀ ਕਲਾ ਨਾ ਖੇਡੀਐ ਜਿਤ ਦਰਗਹਿ ਗਿਆ ਹਾਰੀਐ। ਇਸ ਗੱਲ ਨੂੰ ਚੇਤੇ 'ਚ ਰੱਖ ਕੇ ਕਿ ਮਨੁੱਖ ਜਿਹੋ ਜੀ ਕਰਤੂਤ ਕਰਦਾ, ਉਹ ਜਿਹਾ ਉਹਦਾ ਨਾਮਣਾ ਹੋ ਜਾਂਦਾ। ਸਾਨੂੰ ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ ਕਿ ਪ੍ਰਭੂ ਦੀ ਦਰਗਾਹ 'ਤੇ ਜਾ ਕੇ ਅਸੀਂ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਈਏ। ਪੜ੍ਹਿਆ ਅਤੈ ਓਮੀਆਂ ਵਿਚਾਰ ਅੱਗੇ ਵਿਚਾਰੀਐ। ਮਨੁੱਖ ਭਾਵੇਂ ਪੜ੍ਹਿਆ ਹੋਵੇ ਭਾਵੇਂ ਅਨਪੜ੍ਹ, ਪ੍ਰਭੂ ਦੀ ਦਰਗਾਹ ਦੇ ਵਿੱਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ। ਮੋਹੇ ਚੱਲੈ ਸੋ ਅੱਗੇ ਮਾਰੀਐ। ਜੋ ਮਨੁੱਖ ਜਗਤ ਦੇ ਵਿੱਚ ਆਪਣੀ ਮਰਜ਼ੀ ਅਨੁਸਾਰ ਤੁਰ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ। ਇੱਕ ਗੱਲ ਨਾ ਭੁੱਲੀਏ ਕਿ ਦੁਨਿਆਵੀ ਅਰਥਾਂ ਦੇ ਵਿੱਚ ਮਰਜ਼ੀ ਅਨੁਸਾਰ ਚੱਲਣਾ ਭਾਵ ਕਿ ਮਨਮੁਖਤਾ ਅਧੀਨ ਚੱਲਣਾ, ਪਰ ਇੱਥੇ ਇਹ ਨਹੀਂ ਕਿ ਉਹਦੀ ਮਰਜ਼ੀ ਆਪ ਦੀ ਚੱਲਦੀ ਪਈ ਹੈ ਮਨੁੱਖ ਦੀ। ਇਹ ਗੱਲ ਗੁਰੂ ਸਾਹਿਬ ਪਹਿਲਾਂ ਹੀ ਕਲੀਅਰ ਕਰ ਚੁੱਕੇ ਆ, ਸਪਸ਼ਟ ਕਰ ਚੁੱਕੇ ਆ ਕਿ ਮਰਜ਼ੀ ਤੇ ਅਸਲ 'ਚ ਉਸ ਪ੍ਰਮਾਤਮਾ ਦੀ ਚੱਲਦੀ ਹੈ। ਅਕਲ ਉਸ ਪ੍ਰਮਾਤਮਾ ਨੇ ਉਹਨੂੰ ਦਿੱਤੀ ਹੈ, ਸਭ ਕੁਝ ਉਸੇ ਦੀ ਕਲਾ ਵਰਤਦੀ ਪਈ ਹੈ। ਪਰ ਇਹ ਪੰਕਤੀ ਇਸ ਕਰਕੇ ਤਾਂ ਕਿ ਅਸੀਂ ਵੇਖ ਸਕੀਏ ਕਿ ਹਾਂ, ਇਹ ਮਨੁੱਖ ਮਨਮੁਖਤਾ ਦੇ ਅਧੀਨ ਚੱਲਦਾ ਪਿਆ ਤੇ ਇਹਦੇ ਨਾਲ ਤੇ ਅੱਗੇ ਦਰਗਾਹ ਦੇ ਵਿੱਚ ਜਾ ਕੇ ਇਹਨੂੰ ਮਾਰ ਪੈਣੀ ਪਈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 469ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਗੁਰੂ ਸਾਹਿਬ ਨੇ ਸਾਡੇ ਅੰਤਰ ਆਤਮੇ ਨੂੰ ਝੰਜੋੜਿਆ, ਸਾਨੂੰ ਆਪਣੀਆਂ ਊਣਤਾਈਆਂ ਵੱਲ ਝਾਤੀ ਮਾਰਨ ਦੇ ਲਈ ਪ੍ਰੇਰਿਤ ਕੀਤਾ। ਹਰ ਮਨੁੱਖ ਦੇ ਆਪਣੇ ਆਪਣੇ ਧਰਮ ਦੀ ਗੱਲ ਗੁਰੂ ਸਾਹਿਬ ਨੇ ਸਾਨੂੰ ਦੱਸੀ ਕਿ ਜੋ ਕੋਈ ਜੋ ਕੁਝ ਕਰਦਾ ਪਿਆ ਉਹਦਾ ਧਰਮ ਉਹੀ, ਜੋ ਕਿਸੇ ਮਨੁੱਖ ਦਾ ਕੋਈ ਕਿੱਤਾ ਹੈ ਉਹਦਾ ਧਰਮ ਵੀ ਹੈ। ਜੋ ਕੁਝ ਵੀ ਇਸ ਜਗਤ ਦੇ ਵਿੱਚ ਵਰਤ ਰਿਹਾ ਉਸ ਪ੍ਰਭੂ ਦੀ ਕਲਾ ਵਰਤ ਰਹੀ ਹੈ। ਇਹ ਗੱਲ ਗੁਰੂ ਸਾਹਿਬ ਨੇ ਸਾਡੇ ਹਿਰਦਿਆਂ ਦੇ ਵਿੱਚ ਪੱਕੀ ਕੀਤੀ ਕਿ ਹਰ ਜੀਵ ਨੂੰ ਉਹ ਪ੍ਰਮਾਤਮਾ ਇੱਕ ਵੱਖਰੀ ਅਕਲ ਦੇ ਕੇ ਭੇਜਦਾ। ਉਸ ਅਕਲ ਦੇ ਅਨੁਸਾਰ ਹੀ ਉਹ ਜੀਵ ਆਪਣਾ ਜੀਵਨ ਬਿਤਾਉਂਦਾ ਹੈ। ਜੇ ਉਹ ਅਕਲ ਗੁਰਮੁਖਤਾ ਵਾਲੀ ਹੋਵੇ ਤੇ ਜੀਵ ਪ੍ਰਭੂ ਦੀ ਦਰਗਾਹ 'ਤੇ ਸੁਰਖਰੂ ਰਹਿੰਦਾ ਹੈ, ਤੇ ਜੇ ਉਹ ਅਕਲ ਮਨਮੁਖਤਾ ਵਾਲੀ ਹੋਵੇ ਤੇ ਉਹਦੀ ਦਰਗਾਹ 'ਤੇ ਮਾਰ ਪੈਂਦੀ। ਮਨ ਨੂੰ ਟਿਕਾਣੇ ਜੇ ਅਸੀਂ ਕਰਨਾ ਹੈ ਤਾਂ ਗੁਰੂ ਤੋਂ ਮਿਲਿਆ ਹੋਇਆ ਗਿਆਨ ਹੀ ਸਾਡੇ ਮਨ ਨੂੰ ਟਿਕਾਣੇ ਲਿਆ ਸਕਦਾ। ਨਹੀਂ ਤੇ ਮਨ ਦੀ ਫਿਤਰਤ ਹੈ ਇੱਧਰ ਉੱਧਰ ਭਟਕਦੇ ਰਹਿਣਾ, ਊਟ ਪਟਾਂਗ ਸੋਚਦੇ ਰਹਿਣਾ। ਗੁਰੂ ਦੇ ਲੜ ਲੱਗੇ ਰਹੀਏ, ਗੁਰੂ ਤੋਂ ਗਿਆਨ ਹਾਸਲ ਕਰਦੇ ਰਹੀਏ ਤਾਂ ਕਿ ਸਾਡਾ ਇਹ ਮਨ ਇੱਕ ਥਾਵੇਂ ਟਿਕਿਆ ਰਵੇ। ਇਸੇ ਸੰਦੇਸ਼ ਦੇ ਨਾਲ ਹੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।